प्रभास ਟੈਲੀਵਿਜ਼ਨ ਦੇ ਸਾਰੇ ਦਰਸ਼ਕਾਂ ਨੂੰ ਸੰਜੀਵ ਪਵਨ ਦਾ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਪ੍ਰਭਾਸ ਟੈਲੀਵਿਜ਼ਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਅੱਜ ਤੋਂ 3 ਹਫ਼ਤੇ ਲਗਭਗ ਪਹਿਲਾਂ ਜੋ ਇਲੈਕਸ਼ਨ 2021 ਦੀ ਕਵਰੇਜ ਸ਼ੁਰੂ ਕੀਤੀ ਸੀ, ਔਰ ਇਹ ਕਵਰੇਜ ਅਸੀਂ ਸ਼ੁਰੂ ਕੀਤੀ ਸੀ ਉਜਲ ਦਸਾਂਝ ਜੀ ਤੋਂ, ਫਾਰਮਰ ਫੈਡਰਲ ਹੈਲਥ ਮਿਨਿਸਟਰ ਐਂਡ ਫਾਰਮਰ ਪ੍ਰੀਮੀਅਰ ਆਫ ਬ੍ਰਿਟਿਸ਼ ਕੋਲੰਬੀਆ। ਔਰ ਉਸ ਗੱਲਬਾਤ ਤੋਂ ਬਾਅਦ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਅਸੀਂ hundreds and hundreds of ਆਮ ਲੋਕਾਂ ਨੂੰ, ਕੈਂਡੀਡੇਟਸ ਨੂੰ, ਆਲ ਡਿਫਰੈਂਟ ਪਾਰਟੀਜ਼ ਦੇ, ਆਲ ਡਿਫਰੈਂਟ ਸ਼ੇਡਸ ਦੇ, ਔਰ ਕੁਝ ਜਰਨਲਿਸਟ ਜਿਹੜੇ ਨੇ ਇੱਥੋਂ ਦੇ, ਉਹਨਾਂ ਨਾਲ ਗੱਲਬਾਤ ਕੀਤੀ। ਔਰ ਅੱਜ ਵੀ ਇੰਟਰਵਿਊ ਅਸੀਂ ਤੁਹਾਡੇ ਅੱਗੇ ਹੁਣ ਪੇਸ਼ ਕਰਨ ਜਾ ਰਹੇ ਹਾਂ। ਇਹ ਇਲੈਕਸ਼ਨ ਰਿਜ਼ਲਟਸ ਤੋਂ ਪਹਿਲਾਂ ਮੇਰੀ ਆਖਰੀ ਪ੍ਰੋਗਰਾਮ ਹੋਊਗਾ, ਔਰ ਇਹ ਫਿਰ ਅਸੀਂ ਐਮੀਨੈਂਟ ਸਕਾਲਰ, ਐਮੀਨੈਂਟ ਪੋਲੀਟੀਕਲ ਪਰਸਨੈਲਿਟੀ ਐਂਡ ਵੈਲ ਲਰਨਰ ਪਰਸਨ ਉਜਲ ਦਸਾਂਝ ਜੀ ਦੇ ਨਾਲ ਹੀ ਕਰਾਂਗੇ, ਤਾਂ ਕਿ ਆਪਾਂ ਇਹ ਐਨਾਲਿਸਿਸ ਕਰ ਸਕੀਏ ਰਿਜ਼ਲਟਸ ਤੋਂ ਪਹਿਲਾਂ ਕਿ ਕੀ ਵਾਪਰਿਆ ਇਸ ਇਲੈਕਸ਼ਨ ਕੈਂਪੇਨ ਦੇ ਵਿੱਚ। ਕੁਐਸਚਨ ਬਹੁਤ ਸਾਰੇ ਨੇ, ਉਹਨਾਂ ਨੂੰ ਪੁੱਛਣੇ ਨੇ, ਸੋ ਇਸ ਕਰਕੇ ਮੈਂ ਸਿੱਧੀ ਗੱਲਬਾਤ ਜਿਹੜੀ ਹੈਗੀ ਆ ਕੁਐਸਚਨਸ 'ਤੇ ਕਰਾਂਗਾ। ਦਸਾਂਝ ਸਾਹਿਬ, ਆਪ ਜੀ ਦਾ ਨਿੱਘਾ ਸਵਾਗਤ ਪ੍ਰਵਾਸੀ ਦੇ ਇਸ ਵਿਸ਼ੇਸ਼ ਪ੍ਰੋਗਰਾਮ 'ਚ। ਥੈਂਕ ਯੂ ਜੀ। ਦਸਾਂਝ ਸਾਹਿਬ, ਜੇ ਮੈਂ ਦੇਖਦਾ ਵਾਂ ਹਾਲਾਤ ਜਿਸ ਤਰ੍ਹਾਂ ਦੇ ਇਲੈਕਸ਼ਨ ਤੋਂ, ਜਿਸ ਦਿਨ ਇਹ ਇਲੈਕਸ਼ਨ ਅਨਾਊਂਸ ਹੋਈ ਸੀ ਉਸ ਵੇਲੇ 2% ਦੇ ਲਗਭਗ ਸਪੋਰਟ ਬੇਸ ਸੀਗਾ PPC ਮੈਕਸਿਮ ਬਰਨੀਅਰ ਦੀ ਪਾਰਟੀ ਦਾ, ਅਤੇ ਅੱਜ ਜੇ ਵੇਖੀਏ ਤਾਂ ਇਹ ਇੱਕ ਡਿਟਰਮਨਿੰਗ ਫੈਕਟਰ ਹੋ ਸਕਦਾ ਨਤੀਜਿਆਂ ਦੇ ਵਿੱਚ, ਖਾਸ ਕਰਕੇ ਜਦੋਂ ਇੱਕ ਡੈਡ ਹੀਟ ਹੈ ਲਿਬਰਲਸ ਐਂਡ ਕੰਜ਼ਰਵੇਟਿਵਸ ਦੇ ਵਿੱਚ। ਉਸ ਵੇਲੇ ਕੁਝ ਵਿਸ਼ਲੇਸ਼ਣ ਜਾਂ ਪੋਲਸ ਇਹ ਕਹਿੰਦੇ ਕਿ ਹੀ ਹੈਜ਼ ਅ ਸਪੋਰਟ ਬੇਸ ਆਫ 7.5%, ਕਈ ਇੱਥੋਂ ਤੱਕ ਵੀ ਕਹਿੰਦੇ ਕਿ ਉਹ 10% ਹੈ। ਆਪਾਂ ਐਗਜ਼ੈਕਟਲੀ ਨਹੀਂ ਕਹਿ ਸਕਦੇ ਇਹਨਾਂ ਓਪੀਨੀਅਨ ਪੋਲਸ 'ਤੇ, ਬਟ ਇੱਕ ਕੰਸੀਡਰੇਬਲ ਔਰ ਸਿਗਨੀਫਿਕੈਂਟ ਇਨਕਰੀਜ਼ ਹੋਈ ਹੈ ਉਹਨਾਂ ਦੀ ਪੋਪੂਲੈਰਿਟੀ ਦੇ ਵਿੱਚ। ਤੁਸੀਂ ਇਹਨੂੰ ਕੈਨੇਡੀਅਨ ਜਿਹੜਾ ਪਰਸਪੈਕਟਿਵ ਹੈ, ਕੈਨੇਡੀਅਨ ਪੋਲੀਟੀਕਲ ਇਨਵਾਇਰਨਮੈਂਟ ਆ, ਕਿਵੇਂ ਵੇਖਦੇ ਹੋ? ਦੇਖੋ, ਇਹ ਤਾਂ ਮੰਨਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਵਿੱਚ ਰਾਈਟ ਵਿੰਗ ਐਲੀਮੈਂਟ ਜਿਹੜੇ ਆ ਉਹ ਬਹੁਤ ਦੇਰ ਤੋਂ ਹੈਗੇ ਆ। ਇਹ ਕੋਈ ਨਵੀਂ ਚੀਜ਼ ਨਹੀਂ ਹੈ ਜੀ। ਅੱਗੇ ਇੱਥੇ ਨੈਸ਼ਨਲ ਫਰੰਟ ਹੁੰਦਾ ਸੀ, ਹੋਰ ਗਰੁੱਪਸ ਹੁੰਦੇ ਸੀ ਰਾਈਟ ਵਿੰਗ, ਅਰਨਸਟ ਜ਼ੁੰਡਲ ਹੁੰਦਾ ਸੀ ਅਲਬਰਟਾ ਦੇ ਵਿੱਚ, ਹੋਲੋਕਾਸਟ ਡਿਨਾਇਰ, ਅਤੇ ਉਹ ਜਿਹੜੇ ਐਲੀਮੈਂਟ ਸੀਗੇ ਉਹ ਡਿਸਪਰੇਟ ਤਰੀਕੇ ਨਾਲ ਸੀਗੇ, ਔਰਗਨਾਈਜ਼ ਨਹੀਂ ਸੀ, ਕੋਈ ਉਹਨਾਂ ਦੀ ਲੀਡਰਸ਼ਿਪ ਨੈਸ਼ਨਲ ਹੈ ਨਾ ਸੀ। ਕਿਉਂਕਿ ਮੈਕਸਿਮ ਬਰਨੀਅਰ ਨੇ ਆਪਣੇ ਆਪ ਨੂੰ ਰਾਈਟ ਵਿੰਗ ਦਾ ਲੀਡਰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਇਹ ਕੁਦਰਤੀ ਸੀ ਕਿ ਜੇ ਉਹ ਉੱਠ ਕੇ ਖੜ੍ਹਾ ਹੁੰਦਾ ਕਿ ਮੈਂ ਜਿਹੜੀ ਕੰਜ਼ਰਵੇਟਿਵ ਰਾਈਟ ਵਿੰਗ ਐਲੀਮੈਂਟਸ ਹੈਗੇ ਆ, ਜਿਹੜੇ ਕਿ ਇਹਨਾਂ ਦੇ ਰਿਫੋਰਮ ਪਾਰਟੀ ਜਦੋਂ ਉਹ ਬਣੀ ਆ, ਉਹਦੀ ਉਹਨਾਂ ਨੂੰ ਵੀ ਬਹੁਤ ਸਾਰੀ ਸਪੋਰਟ ਸੀ ਇਹਨਾਂ ਐਲੀਮੈਂਟਸ ਦੀ ਜੀ। ਅਤੇ ਇਸ ਵੇਲੇ ਉਹ ਮਹਿਸੂਸ ਕਰ ਰਹੇ ਆ ਵੀ ਜਿਹੜੀ ਉਹ ਟੂਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਥੋੜ੍ਹੀ ਜਿਹੀ ਉਸ ਰਾਈਟ ਵਿੰਗ ਤੋਂ ਸੈਂਟਰ ਵੱਲ ਨੂੰ ਆ ਰਹੀ ਹੈ, ਅਤੇ ਜੇ ਉਹਨਾਂ ਨੂੰ ਕੋਈ ਦਿਸਦਾ ਹੋਵੇ ਲੀਡਰ ਖੜ੍ਹਾ ਉਸ ਰਾਈਟ ਵਿੰਗ ਐਲੀਮੈਂਟ ਨੂੰ, ਉਹਦੇ ਮਗਰ ਜਾਣਗੇ ਜੀ। ਸੋ ਇਹ ਕੋਈ ਮਤਲਬ ਮੈਨੂੰ ਤਾਂ ਕੋਈ ਅਚੰਭੇ ਵਾਲੀ ਗੱਲ ਨਹੀਂ ਕਿ ਉਹਦੀ ਜਿਹੜੀ ਸਪੋਰਟ ਆ ਉਹ 7 ਜਾਂ 8 ਜਾਂ 10% ਆ ਜੀ। ਮੈਂ ਤਾਂ ਮਹਿਸੂਸ ਕਰ ਰਿਹਾ ਇਹ ਤੋਂ ਜ਼ਿਆਦਾ ਵੀ ਹੋ ਸਕਦੀ ਆ। ਅਸੀਂ ਸਦਾ ਹੀ ਅਮਰੀਕਾ ਵੱਲ ਨੂੰ ਦੇਖਦੇ ਹਾਂ ਕਿ ਅਮਰੀਕਾ 'ਚ ਰਾਈਟ ਵਿੰਗ ਕਿੱਥੋਂ ਆ ਗਿਆ ਇੰਨਾ, ਉਹ ਸਦਾ ਹੀ ਸੀ, ਲੇਕਿਨ ਉਹਨੂੰ ਆਵਾਜ਼ ਦੇਣ ਦੀ ਲੋੜ ਸੀ, ਆਵਾਜ਼ ਉਹਨਾਂ ਨੂੰ ਮਿਲ ਗਈ, ਉਹ ਬਾਹਰ ਆ ਗਿਆ, ਬਹੁਤ ਤਾਦਾਦ ਦੇ ਵਿੱਚ ਆਏ ਆ। ਇੱਦਾਂ ਹੀ ਬਰਨੀਅਰ ਦੀ ਜਿਹੜੀ ਆਵਾਜ਼ ਆ ਉਹ ਰਾਈਟ ਵਿੰਗ ਐਲੀਮੈਂਟਸ ਨੂੰ ਇਕੱਠਾ ਕਰਦੀ ਆ। ਦੂਜੀ ਗੱਲ ਇਹ ਆ ਕਿ ਜਿਹੜਾ ਸਾਡੇ ਮੁਲਕ ਦੇ ਵਿੱਚ ਪੋਲੀਟੀਕਲ ਕੰਸੈਂਸਸ ਸੀ, ਉਹ ਕਿਸੇ ਵੇਲੇ ਪੀਅਰ ਟਰੂਡੋ ਸੀ ਜਾਂ ਜੌਨ ਕ੍ਰੈਚਿਨ ਸੀ, ਉਹਨਾਂ ਦੇ ਵਿਚਾਲੇ ਬ੍ਰਾਇਨ ਮਲਰੂਨੀ ਸੀ। ਉਹ 3 ਪ੍ਰਾਈਮ ਮਿਨਿਸਟਰ ਜਿਹੜੇ ਸੀ ਉਹਨਾਂ 'ਚ 19-21 ਦਾ ਮਸੀਂ ਫਰਕ ਸੀ ਆਈਡੀਓਲੋਜੀ ਦੇ ਵਿੱਚ ਜੀ, ਸਮਝੇ। ਕਿਉਂਕਿ ਬ੍ਰਾਇਨ ਮਲਰੂਨੀ ਵੀ ਦੂਏ ਦੇ ਮਾਮਲੇ 'ਤੇ, ਕਲਾਈਮੇਟ ਦੇ ਮਾਮਲੇ 'ਤੇ ਬਹੁਤ ਪ੍ਰੋਗਰੈਸਿਵ ਸੀ। ਸੋ ਮਤਲਬ ਅਤੇ ਰੇਸਿਜ਼ਮ ਦੇ ਮਾਮਲੇ 'ਤੇ ਬਹੁਤ ਪ੍ਰੋਗਰੈਸਿਵ ਸੀ। ਉਹਨੇ ਹੀ ਜੈਪਨੀਜ਼ ਕੈਨੇਡੀਅਨਸ ਨੂੰ ਰੀਡਰੈਸ ਕਰਕੇ ਤਾਂ ਜਿਹੜੀ ਰੇਸਿਜ਼ਮ ਦੇ ਬਾਰੇ ਫਾਊਂਡੇਸ਼ਨ ਬਣਾਈ ਸੀ। ਸੋ ਉਹ ਜਿਹੜਾ ਸੋਸ਼ਲ ਕੰਸੈਂਸਸ ਜਿਹੜਾ ਸੀ, ਪੋਲੀਟੀਕਲ ਕੰਸੈਂਸਸ ਜਿਹੜਾ ਸੀ, ਉਹ ਇਸ ਵੇਲੇ ਇਟ ਹੈਜ਼ ਬ੍ਰੋਕਨ ਡਾਊਨ। ਉਹਦਾ ਸਿੱਟਾ ਆ ਕਿ ਮੈਕਸਿਮ ਬਰਨੀਅਰ 7-8 ਜਾਂ 10% ਸਪੋਰਟ ਲਈ ਬੈਠਾ। ਉਜਲ ਜੀ, ਜੇ ਆਪਾਂ ਦੇਖੀਏ ਇੱਕ ਹੋਰ ਬੜਾ ਵੱਡਾ ਡਿਸਕਸ਼ਨ ਦਾ ਇਸ਼ੂ ਪਿਛਲੇ ਦਿਨਾਂ 'ਚ ਬਣਿਆ ਕਿ ਜਦੋਂ
ਇੰਗਲਿਸ਼ ਲੀਡਰਸ ਡਿਬੇਟ ਹੋਈ ਹੈ ਔਰ ਉਹਦੇ 'ਚ ਜਿਹੜੇ ਹੋਸਟ ਸੀਗੇ ਐਂਕਰ ਸੀਗੇ ਉਹਨਾਂ ਨੇ ਜਦੋਂ ਬਿੱਲ 21 ਹਾਲਾਂਕਿ ਉਹ ਤਾਂ ਹੁਣ ਇੱਕ ਲਾਅ ਹੈ ਬਿੱਲ 21 ਤੇ ਆਪਣਾ ਜਿਹੜਾ 96 ਹੈ ਇਹਦੀ ਡਿਸਕਸ਼ਨ ਸ਼ੁਰੂ ਕੀਤੀ ਔਰ ਉਹਦੇ ਨਾਲ ਬਹੁਤ ਸਾਰੇ ਲੋਕ ਕਹਿ ਰਹੇ ਆ ਜਿਹੜੇ ਪੋਲਸ ਵੀ ਕਹਿ ਰਹੇ ਨੇ ਕਿ ਕਿਊਬਿਕ ਦੇ ਵਿੱਚ ਪਪੂਲੈਰਿਟੀ ਆਫ ਬਲਾਕ ਕਿਊਬਿਕ ਆ ਉਹ ਵਧੀ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਤਿੰਨੇ ਲੀਡਰਸ ਜਿਹੜੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਕੁਐਸਚਨ ਅਨਫੇਅਰ ਸੀਗਾ ਔਰ ਉਹ ਠੀਕ ਨਹੀਂ ਸੀਗਾ ਤੁਸੀਂ ਕੀ ਸਮਝਦੇ ਹੋ ਕਿ ਜੇ ਉਹਨਾਂ ਨੂੰ ਇਹ ਲੀਡਰਸ ਨੂੰ ਮਹਿਸੂਸ ਹੁੰਦਾ ਸੀਗਾ ਤੇ ਉਹਨਾਂ ਨੇ ਉਸ ਵੇਲੇ ਹੀ ਕਿਉਂ ਨਹੀਂ ਕਿਹਾ ਪਹਿਲੀ ਗੱਲ ਤੇ ਇਹ ਹੈ ਤੇ ਸੈਕੰਡ ਕੁਐਸਚਨ ਇਹ ਹੈ ਕਿ ਇਹਦਾ ਐਕਚੁਅਲੀ ਇੰਪੈਕਟ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਅੱਜ ਦੇ ਵੈਨਕੂਵਰ ਸਨ ਦੇ ਵਿੱਚ ਇੱਕ ਆਰਟੀਕਲ ਆ ਡੈਫਨੀ ਬ੍ਰੈਮਨ ਨੇ ਲਿਖਿਆ, ਮੈਂ ਉਹਦੇ ਨਾਲ 100% ਸਹਿਮਤ ਹਾਂ। ਸ਼ਸ਼ੀ ਕਰਲ ਦਾ ਕੁਐਸਚਨ ਰੇਸਿਸਟ ਨਹੀਂ ਸੀ। Journalists have a right to ask questions. There are no sacred cows in this country. There ought not to be any sacred cows. ਜੀ Whether Quebec has A law or B law, it shouldn't be so sacred that you couldn't question it. ਰਾਈਟ That's the first thing. ਦੂਜਾ ਇਹ ਕਿ ਦੋਨੋਂ ਹੀ ਲਾਅ ਜਿਹੜੇ ਆ ਉਹ ਜੇ ਰੇਸਿਸਟ ਨਹੀਂ ਹੈ ਤਾਂ ਉਹ ਰਿਲੀਜੀਅਸ ਐਲੀਮੈਂਟਸ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਹੈ। ਜੀ ਦੇਖੋ ਨਾ, ਸਰਦਾਰਾਂ ਦੀਆਂ ਪੱਗਾਂ ਦੇ ਖਿਲਾਫ ਵੀ ਡਿਸਕ੍ਰਿਮੀਨੇਸ਼ਨ ਹੈ, ਮੁਸਲਮਾਨਾਂ ਦੇ ਹਿਜਾਬ ਤਾਂ ਨਕਾਬ ਦੇ ਖਿਲਾਫ ਵੀ ਡਿਸਕ੍ਰਿਮੀਨੇਸ਼ਨ ਹੈ। ਉਹ ਡਿਸਕ੍ਰਿਮੀਨੇਸ਼ਨ ਤੁਸੀਂ ਜੇ ਉਹਨੂੰ ਰੇਸਿਜ਼ਮ ਨਹੀਂ ਕਹਿ ਸਕਦੇ ਆ, ਡਿਸਕ੍ਰਿਮੀਨੇਸ਼ਨ ਤਾਂ ਕਹਿ ਸਕਦੇ ਆ ਨਾ। ਜੀ ਤੇ ਉਹਨੇ ਜਿਹੜਾ ਸਵਾਲ ਪੁੱਛਿਆ ਸੀ ਵੀ ਜਿਹੜੇ ਦੋ ਲਾਅ ਆ ਇਹ ਡਿਸਕ੍ਰਿਮੀਨੇਟਰੀ ਨਹੀਂ ਹੈ, ਤੁਸੀਂ ਇਹਨਾਂ ਨੂੰ ਕਿੱਦਾਂ ਸਪੋਰਟ ਕਰ ਸਕਦੇ ਆ। ਉਹਨੇ ਕਿਹਾ ਵੀ ਇਹ ਜਿਹੜੀ ਕੁਬੈਕ ਦੀਆਂ ਵੈਲਿਊਜ਼ ਆ ਇਹ ਉਹਦੇ ਨਾਲ ਬਾਰਾ ਖਾਂਦੇ ਆ, ਪਰ ਕੁਬੈਕ ਦੀਆਂ ਵੈਲਿਊਜ਼ ਰੇਸਿਸਟ ਆ। ਇਜ਼ ਦੈਟ ਵਾਟ ਇਟ ਇਜ਼? ਨਹੀਂ, ਮੈਂ ਮਹਿਸੂਸ ਕਰਦਾ ਨਹੀਂ। ਸੋ ਜਿਹੜੇ ਤਿੰਨੇ ਹੀ ਲੀਡਰ ਆ ਇਸ ਪੁਆਇੰਟ ਤੇ, ਮੈਂ ਹੋਰ ਕਿਸੇ ਮਾਮਲੇ ਇਸ ਪੁਆਇੰਟ ਤੇ ਤਿੰਨੇ ਹੀ ਲੀਡਰਸ ਜਿਹੜੇ ਆ ਨਾ ਫਰੋਮ ਮਾਈ ਪਰਸਪੈਕਟਿਵ ਉਹਨਾਂ ਨੇ ਇੰਨੀ ਬੁਜ਼ਦਿਲੀ ਦਿਖਾਈ ਆ ਕਿ ਇਨਫੈਕਟ ਤੁਸੀਂ ਉਹਨਾਂ ਤੋਂ ਕੀ ਆਸ ਕਰ ਸਕਦੇ ਆ ਕੱਲ੍ਹ ਨੂੰ ਮੇਰੇ ਖਿਲਾਫ ਰੇਸਿਜ਼ਮ ਹੋਵੇ ਜਾਂ ਤੁਹਾਡੇ ਖਿਲਾਫ ਹੋਵੇ ਜਾਂ ਚਾਈਨੀਜ਼ ਦੇ ਖਿਲਾਫ ਹੋਵੇ, ਜੀ ਤੁਸੀਂ ਉਹਨਾਂ ਤੋਂ ਕੀ ਆਸ ਕਰ ਸਕਦੇ ਵੀ ਤੁਹਾਨੂੰ ਉਹ ਡਿਫੈਂਡ ਕਰਨਗੇ ਜੇ ਉਹ ਜਿਹੜੇ ਕੁਬੈਕ ਦੀਆਂ ਮਿਨੋਰਿਟੀਜ਼ ਆ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਨਹੀਂ ਬੁਲੰਦ ਕਰ ਸਕਦੇ, ਤੁਹਾਡੇ ਹੱਕ 'ਚ ਕਿੱਦਾਂ ਆਵਾਜ਼ ਬੁਲੰਦ ਕਰਨਗੇ ਉਹ? ਕੱਲ੍ਹ ਨੂੰ ਜੇ ਅਲਬਰਟਾ ਇਹੋ ਜਿਹਾ ਲਾਅ ਪਾਸ ਕਰਦੇ ਤਾਂ ਟਰੂਡੋ ਦਾ ਇਹੀ ਸਟੈਂਡ ਹੋਊਗਾ, ਜਗਮੀਤ ਸਿੰਘ ਦਾ ਇਹੀ ਸਟੈਂਡ ਹੋਊਗਾ, ਓਟੂਲ ਦਾ ਇਹੀ ਸਟੈਂਡ ਹੋਊਗਾ। ਮੈਂ ਸਮਝਦਾ ਤਿੰਨੇ ਹੀ ਜਿਹੜੇ ਲੀਡਰ ਹੈ ਇਸ ਮਾਮਲੇ ਤੇ ਗਰਕ ਗਏ, ਬਿਲਕੁਲ ਜ਼ੀਰੋ। ਜੀ ਅਗਲਾ ਕੁਐਸਚਨ ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਟੂਲ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਹੈ ਉਹਨਾਂ ਨੇ ਬੜੀ ਪ੍ਰੇਜ਼ ਕੀਤੀ ਜੇਸਨ ਕੈਨੀ ਦੀ ਕਿ ਉਹਨਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਉਹ ਹੈਂਡਲ ਕਰ ਰਹੇ ਆ, ਬੈਟਰ ਤਰੀਕੇ ਦੇ ਨਾਲ ਹੈਂਡਲ ਕਰ ਰਹੇ ਨੇ ਕੋਵਿਡ ਨੂੰ। ਔਰ ਜੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਐਲਬਰਟਾ ਦੇ ਵਿੱਚ ਵਾਪਰਿਆ ਥਾਊਜ਼ੈਂਡ ਐਂਡ ਥਾਊਜ਼ੈਂਡਸ ਆਫ ਪੀਪਲ ਜਿਹੜੇ ਹੈਗੇ ਆ ਉਹ ਕੇਸਿਸ ਦੇ ਨਾਲ ਕੋਵਿਡ ਦੇ ਕੇਸਿਸ ਨਾਲ ਇਨਫੈਕਟ ਹੋ ਰਹੇ ਆ। ਲਾਸਟ ਦਿਨਾਂ 'ਚ ਕਈ ਦਿਨਾਂ 'ਚ 20 ਤੋਂ ਵੱਧ ਲੋਕਾਂ ਦੀ ਇੱਕ ਦਿਨ 'ਚ ਡੈਥ ਹੋਈ ਹੈ। ਜਦੋਂ ਕੱਲ੍ਹ ਉਹਨਾਂ ਨੂੰ ਪੁੱਛਿਆ ਗਿਆ ਜਾਂ ਪਰਸੋਂ 2 ਦਿਨ ਤੋਂ ਰਿਪੋਰਟਰਸ ਉਹ ਟੂਲ ਨੂੰ ਪੁੱਛ ਰਹੇ ਹੈਗੇ ਵੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਅਤੇ ਉਹ ਉਹਨਾਂ ਦੇ ਕੁਐਸਚਨ ਨੂੰ ਡੌਜ ਕਰ ਰਿਹਾ। ਇੱਕ ਤਾਂ ਇਹ ਕਿ ਇਸ ਉੱਤੇ ਤੁਹਾਡੀ ਟੇਕ ਕੀ ਹੈ। ਸੈਕਿੰਡ ਮੈਂ ਇਹ ਸਮਝਦਾ ਤੁਹਾਨੂੰ ਪੁੱਛਣਾ ਕਿ ਇਹਦਾ ਪੋਲੀਟੀਕਲ ਇੰਪੈਕਟ ਇਸ ਇਲੈਕਸ਼ਨ ਦੇ ਉੱਤੇ ਸਿਗਨੀਫਿਕੈਂਟਲੀ ਖਾਸ ਕਰਕੇ ਕੀ ਅਲਬਰਟਾ 'ਚ ਹੋ ਸਕਦਾ ਕਿ ਨਹੀਂ ਹੋ ਸਕਦਾ? ਹਾਊ ਡੂ ਦੇਖੋ ਡੈਫੀਨਿਟਲੀ ਇਹਦਾ ਪੋਲੀਟੀਕਲ ਇੰਪੈਕਟ ਅਲਬਰਟਾ 'ਚ ਤਾਂ ਪੈਣਾ ਹੀ ਪੈਣਾ, ਕਿਉਂਕਿ ਅਲਬਰਟਾ ਦੇ ਵਿੱਚ ਇਹਦੇ ਨਾਲ ਜਿਹੜੀਆਂ 6-7 ਸੀਟਾਂ ਆ ਦੇ ਕਮ ਇਨ ਟੂ ਪਲੇ NDP ਲਈ ਜਾਂ ਲਿਬਰਲਸ ਦੇ ਲਈ, ਜਿਹੜੀਆਂ ਕਿ ਇਸ ਤੋਂ ਪਹਿਲਾਂ ਕੋਈ ਚਾਂਸ ਨਹੀਂ ਲੱਗਦਾ ਸੀ ਉਹਨਾਂ ਦਾ। ਜਿੱਥੋਂ ਤਾਈਂ ਮਿਸਟਰ ਓਟੂਲ ਦਾ ਸਾਇਲੈਂਟ ਰਹਿਣਾ ਇਸ ਮਾਮਲੇ ਬਾਰੇ ਮੇਰਾ ਖਿਆਲ ਆ ਵੀ ਉਹ ਚਾਹੁੰਦੇ ਆ ਵੀ ਇਹ ਜਿਹੜੀ ਕੰਟਰੋਵਰਸੀ ਹੈ ਇਹ ਇੱਦਾਂ ਹੀ ਲੰਘ ਜਾਵੇ ਇਲੈਕਸ਼ਨ ਡੇ ਤਾਈਂ। ਮੈਂ ਨਾ ਇਹਦੇ ਬਾਰੇ ਕੁਛ ਕਹਾਂ ਕਿਉਂਕਿ ਜਿਹੜੇ ਅਲਬਰਟਾ ਦੇ ਵਿੱਚ ਕੁਛ ਲੋਕ ਕੈਨੀ ਦੀ ਸਪੋਰਟ ਵੀ ਕਰਦੇ ਹੋਣਗੇ, ਕੁਛ ਉਹਨੂੰ ਅਪੋਜ਼ ਵੀ ਕਰਦੇ ਹੋਣਗੇ, ਅਤੇ ਉਹ ਵੋਟਾਂ ਲੂਜ਼ ਨਹੀਂ ਜ਼ਿਆਦਾ ਕਰਨੀਆਂ ਚਾਹੁੰਦੇ, ਇਸ ਕਰਕੇ ਚੁੱਪਿਆ। ਨਹੀਂ ਤਾਂ ਮੇਰਾ ਖਿਆਲ ਆ ਜੇ ਉਹਨਾਂ ਨੇ ਕਿਹਾ ਸੀ ਵੀ ਜਿਹੜੀ UCP ਜਾਂ ਕੈਨੀ ਮਿਸਟਰ ਕੈਨੀ ਦੀ ਜਿਹੜੀ ਪੋਲਿਸੀ ਆ ਉਹ ਬਹੁਤ ਵਧੀਆ ਸੀ, ਉਹ ਰਿਗਰੈਟ ਕਰਦੇ ਹੋਣਗੇ ਹੁਣ ਆਪਣੇ ਆਪ 'ਚ ਵੀ ਐਵੇਂ ਹੀ ਕਹਿ ਹੋ ਗਿਆ। ਆਪਾਂ ਵੇਖੀਏ ਜੇਸਨ ਕੈਨੀ ਨੇ ਕੱਲ੍ਹ ਅਪੋਲੋਜੀ ਮੰਗੀ ਹੈ ਕਿ ਉਹਨਾਂ ਨੇ ਮਿਸ ਹੈਂਡਲਿੰਗ ਕੀਤੀ ਹੈ। ਇਹਦੇ 'ਚ ਮਿਸਟਰ ਟੂਲ ਨੂੰ ਕੀ ਪ੍ਰੋਬਲਮ ਹੈ ਕਿ ਉਹ ਕਹਿ ਸਕਦੇ ਸੀ ਬੜਾ ਕੈਂਡਿਡਲੀ ਕਿ ਵੀ ਮੇਰੇ ਕੋਲੋਂ ਇਹ
ਗਲਤ ਹੋ ਗਿਆ ਜਾਂ ਮੇਰੀ ਇਹ ਜਜਮੈਂਟ ਗਲਤ ਸੀਗੀ, ਡੋਂਟ ਯੂ ਥਿੰਕ ਕਿ ਉਹਦੇ ਨਾਲ ਉਹਨਾਂ ਦੀ ਕ੍ਰੈਡੀਬਿਲਿਟੀ ਸਗੋਂ ਵਧਣੀ ਸੀ ਔਰ ਅੱਜ ਲੋਕਾਂ ਨੂੰ ਹੁਣ ਉਹਨਾਂ ਦੇ ਬਾਰੇ ਜ਼ਿਆਦਾ ਕਨਫਿਊਜ਼ਨ ਹੋ ਰਹੀ ਹੈ? ਮੈਂ ਕੱਲ ਮਾਫੀ ਮੰਗੀ ਹੈ, ਹਾਂਜੀ ਕੱਲ can you- ਮਾਫੀ ਮੰਗੀ ਹੈ, ਅੱਜ ਸ਼ਾਇਦ ਉਹ ਟੂਲ ਆਪਣਾ ਬਿਆਨ ਬਦਲ ਲੈਣਗੇ। ਇੱਕ ਹੋਰ ਇੰਪੋਰਟੈਂਟ ਇਸ਼ੂ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਹੈ ਕਿ ਲਾਸਟ ਇਲੈਕਸ਼ਨ ਵਿੱਚ ਲਗਭਗ 55,000 ਲੋਕਾਂ ਨੇ ਜਿਹੜੀ ਵੋਟ ਕੀਤੀ ਸੀ ਥਰੂ ਜਿਹਨੂੰ ਆਪਾਂ ਬੈਲਟਸ ਦੇ ਔਰ ਐਤਕੀ ਆਲਮੋਸਟ 1 ਮਿਲੀਅਨ ਜਿਹੜੇ ਹੈਗੇ ਆ ਉਹਨਾਂ ਨੇ ਰਿਕੁਐਸਟ ਕੀਤੀ ਕਿ ਉਹ ਬੈਲਟ ਰਾਹੀਂ ਵੋਟ ਕਰਨਗੇ। ਤੁਸੀਂ ਕੀ ਸਮਝਦੇ ਹੋ ਕਿ ਇਹਦਾ ਇਲੈਕਸ਼ਨ ਰਿਜ਼ਲਟਸ ਦੇ ਉੱਤੇ ਕੋਈ ਅਸਰ ਹੋ ਸਕਦਾ, ਖਾਸ ਕਰਕੇ ਜੇ ਆਪਾਂ ਇਨ ਲਾਈਟ ਕਿ ਆਪਾਂ ਵੇਖੀਏ ਕਿ 47% ਲੋਕ ਜਿਹੜੇ ਆ ਐਸਟੀਮੇਟਸ ਦੇ ਮੁਤਾਬਕ ਜਿਨ੍ਹਾਂ ਨੇ ਬੈਲਟ ਯੂਜ਼ ਕੀਤਾ ਉਹ ਲਿਬਰਲਸ ਦੇ ਹੱਕ ਵਿੱਚ 26%, ਐਨਡੀਪੀ ਦੇ 12%, ਕੰਜ਼ਰਵੇਟਿਵ ਦੇ। ਹਾਊ ਡੂ ਯੂ ਟੇਕ ਦਿਸ ਹੋਲ ਸਿਨੈਰੀਓ? ਦੇਖੋ ਯੂਜਲੀ ਜਿਹੜੀ ਮੇਲ ਬੈਲਟਸ ਆ ਉਹ ਅਪਰ ਮਿਡਲ ਕਲਾਸ, ਰਿਚ ਫੋਕ, ਜਿਹੜੇ ਲੋਕ ਸੋਫਿਸਟੀਕੇਟਡ ਆ, ਸਮਝਦੇ ਆ ਇਹਨਾਂ ਸਿਸਟਮਸ ਨੂੰ, ਉਹੋ ਹੀ ਲੋਕ ਜਿਹੜੇ ਆ ਉਹ ਆਰਡਰ ਕਰਦੇ ਆ ਬੈਲਟਸ। ਆਮ ਲੋਕ ਬਹੁਤ ਘੱਟ ਬੈਲਟਸ, ਔਰ ਦੇयर ਇਜ਼ ਅ ਕਲਾਸ ਡਿਮੈਂਸ਼ਨ ਟੂ ਇਟ। ਅਤੇ ਉਹ ਜਿਹੜੀ ਕਲਾਸ ਡਿਮੈਂਸ਼ਨ ਆ ਉਹਦੇ ਨਾਲ ਮੇਰੇ ਖਿਆਲ ਲਿਬਰਲਸ ਨੂੰ ਇਸ ਗੱਲ ਦਾ ਫਾਇਦਾ ਹੋਏਗਾ। ਉਹ ਜਿਹੜੀਆਂ ਬੈਲਟਸ ਆ ਬਹੁਤੀਆਂ ਲਿਬਰਲਸ ਦੇ ਹੱਕ ਦੇ ਵਿੱਚ ਜਾਣਗੀਆਂ। ਜੀ, ਲੇਕਿਨ ਇਹ ਜ਼ਰੂਰੀ ਨਹੀਂ, ਤੁਸੀਂ ਇਹ ਨਹੀਂ ਕਹਿ ਸਕਦੇ ਜੇ ਨਾ ਉਹ ਮੇਲ ਦੇ ਵਿੱਚ ਆਪਣੀ ਬੈਲਟ ਪਾਉਂਦੇ ਤਾਂ ਉਹਨਾਂ ਨੇ ਵੋਟ ਨਹੀਂ ਪਾਉਣੀ ਸੀ। ਜੀ। ਹੁਣ ਉਹ ਬੈਲਟ ਤਾਂ ਮੇਲ ਦੀਆਂ ਉਹਨਾਂ ਨੇ ਕੀਤੀਆਂ ਕਿਉਂਕਿ ਕੋਵਿਡ ਤੋਂ ਲੋਕ ਡਰੇ ਹੋ ਸਾਰੇ ਅਤੇ ਪਰੇ ਰਹਿਣਾ ਚਾਹੁੰਦੇ ਆ ਆਪਣੇ ਵੋਟ ਪੋਲਿੰਗ ਸਟੇਸ਼ਨਸ। ਇੱਕ ਹੋਰ ਕੁਐਸਚਨ ਜੋ ਮੇਰੇ ਮਾਈਂਡ ਵਿੱਚ ਇਸ ਵੇਲੇ ਆ ਰਿਹਾ ਹੈਗਾ ਕਿ ਜਿਸ ਤਰ੍ਹਾਂ ਆਪਾਂ ਵੇਖੀਏ ਤੁਹਾਡੇ ਕੋਲ ਪੋਲੀਟੀਕਲ ਐਕਸਪੀਰੀਅੰਸ ਹੈ, ਲੌਂਗ ਪੋਲੀਟੀਕਲ ਐਕਸਪੀਰੀਅੰਸ ਹੈ। ਜੇ ਆਪਾਂ ਵੇਖੀਏ ਆਲਮੋਸਟ ਨੈਕ ਟੂ ਨੈਕ 31%, 32%, ਕੰਜ਼ਰਵੇਟਿਵ 31, 32%, ਲਿਬਰਲਸ। ਕਿਹਦੀ ਗਰਾਊਂਡ ਜਿਹੜਾ ਹੈਗਾ ਆਪਣਾ ਜਿਹਨੂੰ ਕਹਿੰਦੇ ਗਰਾਊਂਡ ਗੇਮ, ਉਹ ਤੁਸੀਂ ਕਿਹਦੀ ਸਮਝਦੇ ਕਿਹੜੇ ਆਪਣੇ ਪੋਲੀਟੀਕਲ ਐਕਸਪੀਰੀਅੰਸ ਤੋਂ ਹੂ ਵਿਲ ਬੀ ਬੈਟਰ? ਬਿਕੋਜ਼ ਬਹੁਤ ਸਾਰੇ ਆਈਡੀਆਜ਼ ਇਹ ਵੀ ਨੇ ਕਿ ਜਿਹਦੀ ਗਰਾਊਂਡ ਗੇਮ ਚੰਗੀ ਹੋਏਗੀ, ਜਿਹੜਾ ਵੋਟਰਸ ਨੂੰ ਕੱਢ ਕੇ ਵੋਟ ਪਵਾ ਸਕੇਗਾ, ਉਹਦੇ ਜਿੱਤਣ ਦੇ ਚਾਂਸਸ ਜਿਹੜੇ ਹੈਗੇ ਆ ਉਹ ਜ਼ਿਆਦਾ ਹੋਣਗੇ। ਵਾਟ ਡੂ ਯੂ ਥਿੰਕ? ਦੇਖੋ ਜੇ 31 ਆ ਜਾਂ ਅੱਧੇ ਪੁਆਇੰਟ ਦਾ ਫਰਕ ਵੀ ਆ, ਜੀ, ਜੇ ਇੱਥੇ ਹੀ ਨੰਬਰ ਆ ਨਾ, ਅਤੇ ਜੇ ਪੋਲਿੰਗ ਵੀ ਇਸੇ ਹਿਸਾਬ ਨਾਲ ਹੁੰਦੀ ਹੈ ਤੇ ਇਟਸ ਅ ਲਿਬਰਲ ਮਿਨੋਰਿਟੀ। there is no possibility of a conservative minority ਜੇ ਨੰਬਰ 31 ਰਹਿਣ ਜਾਂ 30-29 ਰਹਿਣ। ਹਾਂਜੀ, ਕਿਉਂਕਿ ਡਿਸਟਰੀਬਿਊਸ਼ਨ ਜਿਹੜੀ ਹੈ ਵੋਟਸ ਦੀ, ਦੇਖੋ ਨਾ ਪ੍ਰੇਰੀਜ਼ ਦੇ ਵਿੱਚ ਅਲਬਰਟਾ, ਸਸਕੈਚੁਅਨ, ਮੈਨੀਟੋਬਾ ਇਹ ਬਹੁਤ ਅੱਗੇ ਆ ਲਿਬਰਲਸ ਨਾਲ ਕੰਜ਼ਰਵੇਟਿਵਸ, ਅਤੇ ਓਨਟੇਰੀਓ, ਕੁਬੈਕ ਉਹ ਅੱਗੇ ਆ, ਅਤੇ ਅਟਲਾਂਟਿਕ ਵੀ ਉਹ ਅੱਗੇ ਆ। ਜੀ। ਸੋ ਉਹਨਾਂ ਨੇ ਓਨਟੇਰੀਓ, ਕੁਬੈਕ, ਅਟਲਾਂਟਿਕ 'ਚੋਂ ਬਹੁਤੀਆਂ ਸੀਟਾਂ ਲੈ ਜਾਣੀਆਂ। ਇਹਨਾਂ ਦਾ ਜ਼ਿਆਦਾ ਫਰਕ, ਇਹ ਜ਼ਿਆਦਾ ਲੀਡ ਕਰਦੇ ਆ ਇਹਨਾਂ ਸੂਬਿਆਂ ਦੇ ਵਿੱਚ, ਤਿੰਨਾਂ 'ਚ ਜਿਹੜੇ ਪ੍ਰੇਰੀ ਪ੍ਰੋਵਿੰਸਿਸ ਆ, ਇਹਨਾਂ ਨੇ ਉੱਥੋਂ ਜ਼ਿਆਦਾ ਵੋਟਾਂ ਲੈ ਜਾਣੀਆਂ। ਉਹ ਤਾਂ ਪਰਸੈਂਟੇਜ ਬਰਾਬਰ ਹੋ ਜਾਂਦੀ ਵੈਨ ਯੂ ਬ੍ਰੇਕ ਇਟ ਡਾਊਨ ਪ੍ਰੋਵਿੰਸ ਵਾਈਜ਼ ਔਰ ਰੀਜਨ ਵਾਈਜ਼। ਫਿਰ ਜਿਹੜਾ ਜੇ ਇਕੁਅਲ ਪਰਸੈਂਟੇਜ ਹੋਵੇ ਤਾਂ ਫਿਰ ਲਿਬਰਲ ਮਿਨੋਰਿਟੀ ਆਏਗੀ। ਔਰ ਆਪਾਂ ਗੱਲ ਕਰ ਰਹੇ ਸੀ ਕਿਊਬੈਕ ਦੀ ਔਰ ਜਿਹੜੀ ਲੀਡਰਸ ਦੀ ਡਿਬੇਟ ਦੀ, ਅਤੇ ਕੁਝ ਰਿਪੋਰਟਸ ਆ ਰਹੀਆਂ ਕਿ ਬਹੁਤ ਜਿਹੜਾ ਹੈਗਾ ਬਲਾਕ ਕਿਊਬੈਕ ਦੇ ਹੱਕ ਦੇ ਵਿੱਚ ਉਸ ਡਿਬੇਟ ਨੇ ਜਿਹੜਾ ਪੋਪੂਲੈਰਿਟੀ ਵਧਾ ਕੇ ਉਹਨੂੰ ਗੈਲਵਨਾਈਜ਼ ਕੀਤਾ ਹੈਗਾ, ਔਰ ਉਹਦੇ ਨਾਲ ਵੀ ਕੁਝ ਲੋਕ ਪ੍ਰੈਡਿਕਟ ਕਰ ਰਹੇ ਕਿ ਲਿਬਰਲਸ ਨੂੰ ਉੱਥੇ ਲਾਸ ਹੋਏਗਾ। ਇਜ਼ ਇਟ ਪੋਸੀਬਲ ਕਿ ਜਿਹੜੀਆਂ ਪਿਛਲੀਆਂ ਸੀਟਸ ਲਿਬਰਲਸ ਦੀਆਂ ਉਤੋਂ ਕਾਫੀ ਕੁਆਂਟੀਟੇਟਿਵਲੀ ਔਰ ਕੁਆਲੀਟੇਟਿਵਲੀ ਡਿਕਰੀਜ਼ ਹੋਵੇ? ਮੇਰਾ ਖਿਆਲ ਆਮ ਕਰਕੇ ਜਿਹੜੇ ਬਲਾਕ ਕਿਊਬੈਕ ਨੂੰ ਵੋਟ ਲੋਕ ਪਾਉਂਦੇ ਆ ਉਹ ਕੰਜ਼ਰਵੇਟਿਵਸ ਨੂੰ ਆਮ ਕਰਕੇ ਵੋਟ ਪਾਉਂਦੇ। ਸੋ ਕੰਜ਼ਰਵੇਟਿਵਸ ਨੂੰ in fact conservatives stand to lose because of the rise in support for bloc, ਤੇ ਉਹ ਜਿਹੜੀ rise in support ਹੈ ਉਹਨਾਂ ਦੇ ਉਹ cultural differences obviously Quebec ਜਿਹੜਾ ਉਹ very deeply secular ਹੈ, ਕਿਉਂਕਿ Quebec ਵੀ ਕਿਸੇ ਜ਼ਮਾਨੇ 'ਚ ਇੱਥੇ ਕੈਥੋਲਿਸਿਜ਼ਮ ਦਾ ਬੜਾ ਇਨਫਲੂਐਂਸ ਹੁੰਦਾ ਸੀ, ਅਤੇ ਜਿਹੜੀ ਇਹਨਾਂ ਦੀ ਆਪਣੀ ਇੰਟਰਨਲ ਸਟਰਗਲ ਸੀ ਉਹਦੇ ਨਾਲ ਬਹੁਤ ਸੈਕੂਲਰ ਬਣਿਆ। ਉਹ ਜਿਹੜੀ ਸੈਕੂਲਰ ਵੈਲਿਊਜ਼ ਹੈਗੀਆਂ ਉਹਨਾਂ ਦੇ ਵਿੱਚੋਂ ਉਹ ਲਾਅ ਪੈਦਾ ਹੋਏ ਆ ਕਿ ਜਿੱਦਾਂ ਇਹਨਾਂ ਨੇ ਕਿਹਾ ਸੀਗਾ ਕਿ ਰਿਲੀਜਨ ਉਹ ਇਟਸ ਫਰੀडम ਫਰੋਮ ਰਿਲੀਜਨ, ਤਾਂ ਕਿ ਰਿਲੀਜਨ ਦੀ ਕੋਈ ਇੰਟਰਫੀਅਰੈਂਸ ਨਾ ਹੋਵੇ ਸਟੇਟ ਦੇ ਵਿੱਚ। ਉਹਦੇ ਵਿੱਚੋਂ ਉਹ ਲਾਅ ਜਿਹੜੇ ਡਿਸਕ੍ਰਿਮੀਨੇਟਰੀ ਲਾਅਜ਼ ਜਿਹੜੇ ਆ ਉਹ ਪੈਦਾ ਹੋਏ ਆ,
ਲੇਕਿਨ ਕੁਬੈਕ ਦੇ ਜੱਜ ਨੇ ਵੀ ਕਿਹਾ ਕਿ ਉਹ ਜਿਹੜੇ ਲਾਜ਼ ਆ ਉਹ ਐਟਲੀਸਟ ਉਹਨਾਂ 'ਚੋਂ ਇੱਕ ਲਾਅ ਜਿਹੜਾ ਆ ਉਹ ਡਿਸਕ੍ਰਿਮੀਨੇਟੋਰੀ ਆ ਅਗੇਂਸਟ ਦਾ ਚਾਰਟਰ ਹੈ, ਤਦੇ ਉਹਨਾਂ ਨੂੰ ਨਾਟ ਵਿਦ ਸਟੈਂਡਿੰਗ ਕਲੌਜ਼ ਵਰਤਣੀ ਪਈ ਆ। ਤੇ ਕੁਐਸਚਨ ਇਹ ਆ, ਜੇ ਨਾਟ ਵਿਦ ਸਟੈਂਡਿੰਗ ਕਲੌਜ਼ ਵਰਤ ਕੇ ਕੈਨੀ ਕੱਲ੍ਹ ਨੂੰ ਇਹ ਕਹਿੰਦਾ ਕਿ ਜਿਹੜੇ ਸਟੇਟ ਦੇ ਬੰਦੇ ਆ ਜਾਂ ਅਫੀਸ਼ੀਅਲਸ ਆ ਜਾਂ ਸੂਬੇ 'ਚ ਕੰਮ ਕਰਨ ਵਾਲੇ ਲੋਕ ਆ ਜੀ ਉਹ ਪੱਗ ਬੰਨ੍ਹ ਕੇ ਨਹੀਂ ਕੰਮ ਕਰ ਸਕਦੇ, ਉਹ ਹਿਜਾਬ ਲੈ ਕੇ ਨਹੀਂ ਕੰਮ ਕਰ ਸਕਦੇ, ਉਹ ਦਾੜੀ ਵਧਾ ਕੇ ਨਹੀਂ ਕੰਮ ਕਰ ਸਕਦੇ। ਜੇ ਉਹ ਇੱਦਾਂ ਕਹੇ ਤਾਂ ਫਿਰ ਵੀ ਟਰੂਡੋ ਕਹੂਗਾ ਵੀ ਮੈਂ ਇਹ 'ਚ ਦਖਲ ਨਹੀਂ ਦੇਣਾ, ਫਿਰ ਵੀ ਉਹ ਟੂਲ ਕਹੂਗਾ ਮੈਂ ਇਹ 'ਚ ਦਖਲ ਨਹੀਂ ਦੇਣਾ, ਫਿਰ ਵੀ ਜਗਮੀਤ ਸਿੰਘ ਕਹੂਗਾ ਮੈਂ ਦਖਲ ਨਹੀਂ ਦੇਣਾ, ਦਖਲ ਦੇਣਗੇ। ਸੋ ਇਹ ਡਬਲ ਸਟੈਂਡਰਡ ਜਿਹੜਾ ਇਹਦਾ ਜਵਾਬ ਦੇਣਾ ਚਾਹੀਦਾ ਤਿੰਨਾਂ ਲੀਡਰਾਂ ਨੂੰ। ਇੱਕ ਹੋਰ ਕੁਐਸਚਨ ਮੇਰੇ ਮਾਈਂਡ 'ਚ ਆ ਰਿਹਾ, ਕਿਉਂਕਿ ਜਦੋਂ ਮੈਂ ਤੁਹਾਨੂੰ ਲਾਸਟ ਟਾਈਮ ਇੰਟਰਵਿਊ ਕੀਤਾ ਉਸ ਤੋਂ ਬਾਅਦ ਆਲਮੋਸਟ 3 ਵੀਕਸ ਦੇ ਟਾਈਮ ਦੇ ਵਿੱਚ ਆਈ ਹੈਵ ਟਾਕ ਟੂ ਆਲਮੋਸਟ ਮੋਰ ਦੈਨ 200 ਪੀਪਲ ਜਨਰਲ। ਹਾਲਾਂਕਿ ਜਿਹੜਾ ਮੇਰਾ ਇਹ ਟਾਕ ਹੈ ਉਹ ਬਿਲਕੁਲ ਸਾਊਥ ਏਸ਼ੀਅਨ ਕਮਿਊਨਿਟੀ ਦੇ ਮੈਂਬਰਸ ਦੇ ਨਾਲ ਸੀ, ਇਸ ਕਰਕੇ ਜੋ ਮੇਰੀ ਅੰਡਰਸਟੈਂਡਿੰਗ ਉਹ ਤੋਂ ਡਿਵੈਲਪ ਹੋਈ ਆ ਉਹ ਕੋਈ ਬਰੋਡ ਕੈਨੇਡੀਅਨ ਪਰਸਪੈਕਟਿਵ ਨਹੀਂ ਹੈ, ਕਿਉਂਕਿ ਉਹ ਡੇਟਾ ਜਾਂ ਉਹ ਪਾਪੂਲੇਸ਼ਨ ਜਿਹੜੀ ਹੈਗੀ ਆ ਉਹ ਬੜੀ ਸਕਿਊਡ ਹੈ ਅਤੇ ਬੜੀ ਲਿਮਟਿਡ ਹੈ। ਬਟ ਮੈਂ ਇਹ ਜਦੋਂ ਲੋਕਾਂ ਨੂੰ ਕੁਐਸਚਨ ਪੁੱਛਦਾ ਤੇ ਐਵਰੀਵਨ ਸੇਜ਼ ਉਜਲ ਜੀ ਕਿ ਇਹ ਇਲੈਕਸ਼ਨ ਨਹੀਂ ਸੀ ਹੋਣੀ ਚਾਹੀਦੀ। ਲੇਕਿਨ ਜਦੋਂ ਮੈਂ ਸਾਊਥ ਕਮਿਊਨਿਟੀ ਦੇ ਆਪਣੇ ਉਹਨਾਂ ਮੈਂਬਰਸ ਨੂੰ ਔਰ ਉਹਦੇ 'ਚ ਸ਼ਾਮਲ ਨੇ ਆਲ ਲੈਂਗੁਏਜਸ, ਆਲ ਰਿਲੀਜਨਸ ਐਂਡ ਆਲ ਏਜ ਗਰੁੱਪਸ ਨੂੰ ਮੈਂ ਡਿਸਕਸ ਕੀਤਾ, ਛੋਟੇ ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਾਰਿਆਂ ਨਾਲ ਗੱਲ ਕੀਤੀ, ਪਰ ਉਹ ਮੈਜੋਰਿਟੀ 90% ਜਿਹੜਾ ਨਤੀਜਾ ਇਹ ਆਉਂਦਾ ਕਿ ਉਹ ਆਪਣਾ ਟਰੂਡੋ ਦੀ ਜਿਹੜੀ ਇਲੈਕਸ਼ਨ ਕਾਲ ਆ ਉਹਨੂੰ ਮਾਫ ਕਰਦੇ ਆ। ਈਵਨ ਕਈ ਲੋਕਾਂ ਨੇ ਮੈਨੂੰ ਇਹ ਵੀ ਕਿਹਾ ਕਿ ਵੀ ਲਾਈਕ ਜਗਮੀਤ ਸਿੰਘ ਐਂਡ ਵੀ ਐਕਚੁਅਲੀ ਲਾਈਕ ਇਕੁਅਲੀ ਬੋਥ ਆਫ ਦੈਮ, ਔਰ ਸਾਡੇ ਵੱਲੋਂ ਕੋਈ ਵੀ ਪਾਵਰ 'ਚ ਆ ਜਾਏ ਵੀ ਆਰ ਫਾਈਨ ਵਿਦ ਦੈਟ। ਬਟ ਜਦੋਂ ਮੈਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਵੋਟ ਕਿਹਨੂੰ ਪਾਓਗੇ, ਤੇ ਉਹ ਕਹਿੰਦੇ ਵੋਟ ਟਰੂਡੋ ਨੂੰ ਪਾਵਾਂਗੇ। ਸੋ ਇਹ ਇੱਕ ਕੀ ਟ੍ਰੈਂਡ ਹੈ, ਇਹਦੇ ਪਿੱਛੇ ਕੀ ਨੇ, ਆਪਾਂ ਆਫ ਦਾ ਕੈਮਰਾ ਮਾੜਾ ਜੀ ਇਹਦੇ 'ਤੇ ਗੱਲ ਕੀਤੀ ਸੀ, ਤੁਸੀਂ ਮੇਰੇ ਅਟੈਂਸ਼ਨ 'ਚ ਕੁਝ ਇਸ਼ੂਜ਼ ਲੈ ਕੇ ਆਉਂਦੇ ਸੀ, ਮੈਂ ਸਮਝਦਾ ਕਿ ਜੇ ਤੁਸੀਂ ਉਹਨਾਂ ਨੂੰ ਡਿਸਕਸ ਕਰ ਸਕੋ। ਤਾਂ ਤੁਸੀਂ ਮੈਨੂੰ ਕਿਹਾ ਸੀ ਕਿ ਉਹ ਇਸ ਕਰਕੇ ਕਹਿੰਦੇ ਆ ਵੀ ਅਸੀਂ ਇਹਨੂੰ ਵੋਟਾਂ ਪਾਉਣੀਆਂ, ਵੀ ਦੇਖੋ ਬੈਠਿਆਂ ਨੂੰ ਪੈਸੇ ਦੇਈ ਜਾਂਦਾ, ਜਿਨ੍ਹਾਂ ਨੂੰ ਲੋੜ ਆ, ਦਿੱਕਤਾਂ ਨੇ ਆਈਆਂ ਲੋਕਾਂ ਨੂੰ, ਅਤੇ ਇਸ ਕਰਕੇ ਬਹੁਤੇ ਲੋਕਾਂ ਨੇ ਉਹਨੂੰ ਵੋਟਾਂ ਪਾਉਣੀਆਂ। ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀ 90% ਫੋਰਗਿਵਨੈਸ ਆ ਇਹ ਆਊਟ ਆਫ ਲਾਈਨ ਨਹੀਂ ਹੈ। ਜਿਹੜੇ ਲਿਬਰਲ ਪਾਰਟੀ ਜਾਂ ਲਿਬਰਲ ਸਪੋਰਟਰਸ ਵੀ ਹੈਗੇ ਆ ਉਹ ਵੀ ਵਾਸਟ ਪਰਸੈਂਟੇਜ ਦੇ ਨਾਲ ਇਹਦੀ ਇਲੈਕਸ਼ਨ ਕਾਲ ਦੇ ਖਿਲਾਫ ਸੀ, ਉਹ ਵੀ ਲਾਰਜ ਪਰਸੈਂਟੇਜ ਦੇ ਵਿੱਚ ਇਹਨੂੰ ਮਾਫ ਕਰਦੇ ਆ ਜੀ। ਸੋ ਇਹ ਇੰਨਾ ਦੇਰ ਦੀ ਗੱਲ ਨਹੀਂ। ਦੂਜੀ ਜਿਹੜੀ ਆਪਣਾ ਜਿਹੜਾ ਕਲਚਰ ਅਸੀਂ ਲੈ ਕੇ ਆਉਣਾ ਨਾ ਇੰਡੀਆ ਤੋਂ ਵੋਟਾਂ ਵਾਲਾ, ਉਹ ਇਹ ਹੈ ਵੀ ਸਰਕਾਰ ਦਾ ਕੰਮ ਹੁੰਦਾ ਦੇਣ ਦਾ, ਸਰਕਾਰ ਦਾ ਕੰਮ ਲੈਣ ਦਾ ਨਹੀਂ। ਟੈਕਸ ਨਹੀਂ ਦੇਣਾ ਹੈ, ਦੇ ਹੀ ਜਾਵੇ ਸਰਕਾਰ ਸਾਨੂੰ। ਸੋ ਅਸੀਂ ਕਈ ਦਫਾ, ਨਾਟ ਆਲ ਆਫ ਅਸ ਬਟ ਸਮ ਆਫ ਅਸ ਥਿੰਕ ਜੇ ਸਰਕਾਰ ਨੇ ਪੈਸੇ ਦੇ ਦਿੱਤੇ ਤਾਂ ਬਹੁਤ ਵਧੀਆ ਗੱਲ ਹੈ, ਕਿਹੜੇ ਮੇਰੇ ਸੀ। ਹਾਂਜੀ ਉਜਲ ਜੀ, ਇੱਕ ਹੋਰ ਬੜਾ ਟ੍ਰੈਂਡ ਜਿਹੜਾ ਹੈਗਾ ਉਹ ਤੁਸੀਂ ਆਪ ਵੀ ਸੈਲਫ ਵਿਟਨੈਸ ਕੀਤਾ ਲਾਈਫ ਵਿੱਚ ਪਿਛਲੇ ਕੁਝ ਸਾਲ ਪਹਿਲਾਂ ਜਾਂ ਦਹਾਕਾ ਪਹਿਲਾਂ, ਔਰ ਉਹ ਇਸ ਇਲੈਕਸ਼ਨ ਦੇ ਵਿੱਚ ਹੋਰ ਵੀ ਕਲੀਅਰਲੀ ਨਜ਼ਰ ਆਉਂਦਾ ਕਿ ਪ੍ਰਾਈਮ ਮਿਨਿਸਟਰ ਟਰੂਡੋ ਦੇ ਉੱਤੇ ਗ੍ਰੈਵਲ ਦੇ ਨਾਲ, ਡੈਬਰੀਜ਼ ਦੇ ਨਾਲ ਉਹਨਾਂ 'ਤੇ ਸੁੱਟਿਆ, ਚਾਹੇ ਉਹਨਾਂ ਨੂੰ ਕੋਈ ਉਹਦੇ 'ਚ ਇੰਜਰੀ ਨਹੀਂ ਹੋਈ। ਤੁਹਾਡੇ 'ਤੇ ਵੀ ਪਾਸ ਦੇ ਵਿੱਚ ਹਮਲੇ ਹੋਏ ਕਿ ਜੋ ਲੋਕ ਤੁਹਾਡੇ ਵਿਊਜ਼ ਨੂੰ ਨਹੀਂ ਸੀ ਲਾਈਕ ਕਰਦੇ ਉਹਨਾਂ ਨੇ ਕੀਤੇ। ਕੀ ਇਹ ਟ੍ਰੈਂਡ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੋਲੀਟੀਕਲ ਲੀਡਰਸ ਨੇ ਉਹਨਾਂ ਨੂੰ ਵਾਇਲੈਂਸ ਦਾ ਸਾਹਮਣਾ ਕਰਨਾ ਪੈ ਸਕਦਾ, ਜਾਂ ਇਹ ਜਸਟ ਇੱਕ ਸਟ੍ਰੇ ਇਨਸੀਡੈਂਟ ਹੈ, ਜਸਟ ਇੱਕ ਸਮਾਲ ਇੰਡੀਪੈਂਡੈਂਟ ਇਨਸੀਡੈਂਟ? ਆਈ ਥਿੰਕ ਇਹ ਜਿਹੜਾ ਨਾ ਰਾਈਟ ਵਿੰਗ ਐਂਗਰ whipped up by Bernier and the Trumps of the world, ਇਹ irrational ਪੁਆਇੰਟ ਤੱਕ ਪਹੁੰਚਿਆ ਹੈ। ਅਮਰੀਕਾ 'ਚ ਦੇਖ ਲਓ ਜਨਵਰੀ 6 ਨੂੰ ਕੀ ਹੋਇਆ ਸੀ ਜੀ, ਰਾਈਟ। ਸੋ ਆਈ ਥਿੰਕ ਉਹਦਾ ਜਿਹੜਾ ਰਿਫਲੈਕਸ਼ਨ ਆ ਆਪਣੇ ਸਮਾਜ 'ਤੇ ਵੀ ਪੈਂਦਾ, ਅਤੇ ਇਹ ਹੀ ਨਹੀਂ ਵੀ ਅਮਰੀਕਾ ਨੂੰ ਫੋਲੋ ਕਰਦੇ, ਲੇਕਿਨ ਸਾਡੇ ਆਪਣੇ ਐਲੀਮੈਂਟ ਜਿੱਦਾਂ ਆਪਾਂ ਗੱਲ ਕੀਤੀ ਇੱਥੇ ਵੀ ਰਾਈਟ ਵਿੰਗ ਐਂਗਰੀ ਐਲੀਮੈਂਟਸ ਹੈਗੇ ਆ। ਦੇਖੋ ਵਕਤ ਵਾ ਵਕਤ ਇਹੋ ਜਿਹੇ ਇੰਸੀਡੈਂਟਸ ਤਾਂ ਹੁੰਦੀਆਂ ਰਹਿੰਦੀਆਂ। ਜੌਨ ਕ੍ਰੈਚਿਆਂ ਦੇ ਨਾਲ ਵੀ ਹੋਈ ਸੀ, ਉਹਨੇ ਇੱਕ ਪ੍ਰੋਟੈਸਟਰ ਨੂੰ ਇੱਥੋਂ ਨੈਕ ਤੋਂ ਫੜ ਕੇ
ਪਰੇ ਸੁੱਟ ਦਿੱਤਾ ਸੀ। ਸੋ ਕਿਉਂਕਿ ਉਹ ਬਹੁਤ ਵਧੀਆ ਆ ਰਿਹਾ ਸੀ ਉਹਦੇ ਉੱਤੇ ਨੂੰ। ਸੋ ਇਹ ਕੋਈ ਅਣਹੋਣੀ ਗੱਲ ਨਹੀਂ ਹੈ। ਜੀ ਮੈਂ ਇਹ ਤਾਂ ਬਹੁਤ ਭੈੜੀ ਗੱਲ ਹੈ ਵੀ ਉਹਨੇ ਗ੍ਰੈਵਲ ਚੁੱਕ ਕੇ ਮਾਰੀ ਆ, ਜੀ ਲੇਕਿਨ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਗਨ ਨਹੀਂ ਮਾਰੀ। ਜੀ। ਬਿਕਾਜ਼ ਸੋ ਕੰਸੀਡਰ ਆਰਸੈਲਵਸ ਲੱਕੀ। ਜੀ ਤੇ ਇਹ ਜ਼ਰੂਰੀ ਆ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਚੇਤੰਨ ਰਹਿਣਾ ਚਾਹੀਦਾ ਐਜ਼ ਅ ਸਮਾਜ, ਐਜ਼ ਅ ਸੁਸਾਇਟੀ, ਵੀ ਇਹੋ ਜਿਹੀ ਜਿਹੜੀ ਵਾਇਲੈਂਸ ਆ ਉਹਨੂੰ ਕੰਡੈਮ ਕੀਤਾ ਜਾਵੇ। ਜੀ ਤੇ ਐਕਚੁਅਲੀ ਮੈਕਸਿਮ ਬਰਨੀਏ ਨੇ ਇਹ ਪੁਆਇੰਟ ਕੀਤਾ ਸੀ, ਮੈਕਸਿਮ ਨੇ ਬਰਨੀਏ ਨੇ ਇਹ ਕੰਡੈਮ ਕੀਤੀ ਸੀ ਜਦੋਂ ਉਹਦੇ ਤੇ ਹਮਲੇ ਹੋ ਰਹੇ ਸੀ ਜੀ ਜਾਂ ਉਹਨੂੰ ਲੋਕ ਬੁਰਾ ਭਲਾ ਗਲਤ ਤਰੀਕੇ ਨਾਲ ਕਹਿ ਰਹੇ ਸੀ, ਉਦੋਂ ਕਿਸੇ ਨੇ ਕੰਡੈਮ ਨਹੀਂ ਕੀਤਾ। ਲਾਸਟ ਇੰਟਰਵਿਊ 'ਚ ਤੁਸੀਂ ਇਹ ਗੱਲ ਕੀਤੀ ਸੀ, ਮੈਂਸ਼ਨ ਕੀਤਾ ਸੀ ਕਿ ਇਲੈਕਸ਼ਨ ਜੋ ਕੰਪੇਨਸ ਹੁੰਦੀਆਂ ਉਹਨਾਂ ਦੇ ਵਿੱਚ ਜਿਵੇਂ ਤੁਸੀਂ ਉਦੋਂ ਰੈਫਰ ਕੀਤਾ ਸੀਗਾ ਕਿ ਜਦੋਂ ਤੁਸੀਂ ਇੱਥੇ ਆਏ ਤੇ ਉਸ ਵੇਲੇ ਜਿਹੜੇ ਪੀਅਰ ਟਰੂਡੋ ਦੀ ਕੰਪੇਨ ਸੀਗੀ, ਇੱਕ ਹੋਪ ਦੀ ਕੰਪੇਨ, ਜਾਂ ਇੱਕ ਹਰ ਜਿਹੜੀ ਇਲੈਕਸ਼ਨ ਹੈ ਉਹਦੇ 'ਚ ਕੋਈ ਨਾ ਕੋਈ ਇੱਕ ਇਮੋਸ਼ਨ ਹੁੰਦਾ ਹੈ। ਜੇ ਆਪਾਂ ਇਸ ਇਲੈਕਸ਼ਨ ਨੂੰ ਵੇਖੀਏ ਤੇ ਤੁਸੀਂ ਕੀ ਸਮਝਦੇ ਹੋ, ਡਸ ਦਿਸ ਇਲੈਕਸ਼ਨ has been defined as fear, unity, division, trust, change, hope? Yeah, what do you think ਕਿ ਕਿਸੇ ਚੀਜ਼ ਨੂੰ ਇਹਨਾਂ ਨੇ ਡਿਫਾਈਨ ਕੀਤਾ ਇਸ ਇਲੈਕਸ਼ਨ ਕਿਸੇ ਇਮੋਸ਼ਨ? Anger. You've seen the anger in the anti-vaxxers and others. You've even seen angry attacks by leaders on each other, verbal attacks. And you've seen anger of Canadians at the election. They call it an unnecessary election. This election isn't about hope. It isn't about change. It is about Trudeau saying, give me another 4 years. It's for status quo in a sense, right? And that's why I think you're going to see a minority government, most likely a Liberal minority government. It may be a diminished minority, it may be an increased minority. No one knows. But this is not an election for hope. This is not an election for change. There's no excitement. In fact, there's anger. ਸੋ ਇੱਕ ਹੋਰ ਫਾਈਨਲ ਇਸ ਇਸ਼ੂ ਦੇ ਉੱਤੇ ਕੁਐਸਚਨ ਆਉਂਦਾ ਕਿ ਇਸ ਇਲੈਕਸ਼ਨ ਨੇ ਕੈਨੇਡਾ ਨੂੰ ਐਜ਼ ਅ ਕੰਟਰੀ ਕਿਵੇਂ ਡਿਫਾਈਨ ਕੀਤਾ? I think it's brought to the fore ਇਹਨੇ ਜਿਹੜੀਆਂ ਕੈਨੇਡਾ ਦੇ ਵਿੱਚ ਸੋਸ਼ਲ, ਇਕਨੋਮਿਕ, ਪੋਲੀਟੀਕਲ ਡਿਵੀਜ਼ਨਸ ਸੀਗੀਆਂ ਉਹਨਾਂ ਨੂੰ ਸ਼ਾਰਪਨ ਕੀਤਾ ਤੇ ਐਗਰੇਵੇਟ ਕੀਤਾ। ਉਹਦਾ ਸਿੱਟਾ ਆ ਵੀ ਮੈਕਸਿਮ ਬਰਨੀਏ 7 ਤੋਂ 10% ਦੀ ਸਪੋਰਟ ਤੇ ਬੈਠਾ ਹੈ ਜੀ। That's the contribution of this election. 20 ਤਰੀਕ ਨੂੰ ਰਿਜ਼ਲਟਸ ਆ ਜਾਣਗੇ ਤੇ ਗਵਰਨਮੈਂਟ ਬਣੇਗੀ, ਚਾਹੇ ਉਹ ਟਰੂਡੋ ਦੀ ਬਣੇ ਜਾਂ ਫਿਰ ਆਪਣੇ ਜੋ ਐਰਨ ਟੂਲ ਨੇ ਉਹਨਾਂ ਦੀ ਬਣੇ, ਕੀ ਕਿੰਗ ਮੇਕਰ ਬਣਨਗੇ ਜਗਮੀਤ ਸਿੰਘ ਜਾਂ ਫਿਰ ਬੈਸ਼ਾਰਡ। ਸੋ ਇਹ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਇੱਕ ਕੁਐਸਚਨ ਜਿਹੜਾ ਹੈਗਾ ਉਹ ਲਗਾਤਾਰ ਜਿਹੜਾ ਉਹ ਹੌਂਟ ਕਰਦਾ ਹੈਗਾ, ਔਰ ਪੋਲੀਟੀਸ਼ੀਅਨਸ ਅਲੱਗ-ਅਲੱਗ ਟਾਈਮਸ ਉੱਤੇ ਉਹਦੀ ਗੱਲਬਾਤ ਕਰਦੇ ਰਹਿੰਦੇ। ਜਗਮੀਤ ਸਿੰਘ ਜੀ ਕਰਦੇ ਨੇ, ਉਸ ਤੋਂ ਪਹਿਲਾਂ ਟਰੂਡੋ ਨੇ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਉਹ ਗੱਲ ਕੀਤੀ ਸੀ, ਔਰ ਅੱਜ ਵੀ ਜਿਹੜੀ ਹੈਗੀ ਆ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜੇ ਉਹ ਦੁਬਾਰਾ ਸਰਕਾਰ ਬਣਾਉਂਦੇ ਨੇ ਤੇ ਉਹ ਓਪਨ ਨੇ ਐਸ ਲੌਂਗ ਐਸ ਕੰਸੈਂਸਸ ਹੋਵੇ ਇਲੈਕਟੋਰਲ ਰਿਫਾਰਮਸ ਦੇ ਉੱਤੇ, ਔਰ ਉਹਨਾਂ ਨੇ ਗੱਲਬਾਤ ਕੀਤੀ ਹੈ ਇਹਦੇ ਉੱਤੇ। ਅੱਜ ਵੱਡੇ ਬਿਆਨ ਦਿੱਤੇ ਨੇ। ਸੋ ਆਪਾਂ ਉਜਲ ਜੀ ਦੇ ਨਾਲ ਇਸ ਇਸ਼ੂ ਦੇ ਉੱਤੇ ਗੱਲ ਕਰਦੇ ਹਾਂ। ਤੁਸੀਂ ਲੰਮਾ ਸਮਾਂ ਪੋਲੀਟਿਕਸ ਵਿੱਚ ਰਹੇ, ਚਾਹੇ ਉਹ ਪ੍ਰੋਵਿੰਸ਼ੀਅਲ ਪੋਲੀਟਿਕਸ ਹੈ, ਚਾਹੇ ਉਹ ਫੈਡਰਲ ਪੋਲੀਟਿਕਸ ਹੈ, ਔਰ ਹਮੇਸ਼ਾ ਹੀ ਪਿਛਲੇ ਕਈ ਦਹਾਕਿਆਂ ਤੋਂ ਇਹ ਗੱਲ ਅਸੀਂ ਸੁਣ ਰਹੇ ਹੈਗੇ ਕਿ ਇਲੈਕਟੋਰਲ ਰਿਫਾਰਮਸ ਹੋਣੇ ਚਾਹੀਦੇ ਆ। ਖਾਸ ਕਰਕੇ ਮੈਂ ਵੇਖਿਆ ਕਿ NDP ਵੱਲੋਂ ਜਾਂ ਗ੍ਰੀਨ ਪਾਰਟੀਜ਼ ਵੱਲੋਂ ਹਮੇਸ਼ਾ ਹੀ ਇਸ ਦੇ ਬਾਰੇ ਗੱਲ ਕੀਤੀ ਜਾਂਦੀ ਹੈ। ਅੱਜ ਫਿਰ ਜਸਟਿਨ ਟਰੂਡੋ ਨੇ ਗੱਲ ਕੀਤੀ ਹੈ ਕਿ ਅਸੀਂ ਆਮ ਓਪਨ ਜੇ ਇਹਦੇ 'ਤੇ ਕੰਸੈਂਸਸ ਬਿਲਟ ਹੋਵੇ, ਔਰ ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਕਿ ਆਪਾਂ ਰੈਂਕਿੰਗ ਕਰੀਏ ਪ੍ਰੈਫਰੈਂਸਿਸ, ਕਿ ਸਾਡੀ ਫਸਟ ਪ੍ਰੈਫਰੈਂਸ ਕੀ ਹੈ, ਸੈਕੰਡ ਪ੍ਰੈਫਰੈਂਸ ਕੀ ਹੈ। ਸੋ ਕੀ ਆਪਸ਼ਨਸ ਨੇ ਇਹਦੇ ਵਿੱਚ, ਔਰ ਉਸ ਤੋਂ ਬਾਅਦ ਤੁਹਾਡੀ ਰਿਫਲੈਕਸ਼ਨ ਉਹਦੇ ਉੱਤੇ ਕੀ ਹੈਗੀ? ਦੇਖੋ ਜਿਹੜੀ ਰੈਂਕਿੰਗ ਬੈਲਟ ਜਾਂ ਰੈਂਕ ਬੈਲਟ ਜਾਂ ਪ੍ਰੈਫਰੈਂਸ਼ੀਅਲ ਬੈਲਟ, ਇਟਸ ਦ ਸੇਮ ਥਿੰਗ ਆਈ ਥਿੰਕ, ਇਫ ਆਈ ਰਿਮੈਂਬਰ ਕਰੈਕਟਲੀ। The other is proportional representation. BC ਦੇ ਵਿੱਚ 2 ਅਟੈਂਪਟਸ ਹੋ ਚੁੱਕੀਆਂ ਜੀ, ਤੇ 2 ਹੀ ਵਾਰੀ ਰੈਫਰੈਂਡਮ ਜਿਹੜਾ ਸੀ ਉਹ ਫੇਲ ਹੋਇਆ, ਕਿਉਂਕਿ ਲੋਕ ਜਿਹੜੇ ਆ ਉਹ ਸੈਟਿਸਫਾਈਡ ਆ ਕਰੰਟ ਸਿਸਟਮ ਦੇ ਨਾਲ।
ਜੇ ਉਹ ਲੋਕ ਨਹੀਂ ਸੈਟੀਸਫਾਈਡ ਜਿਨ੍ਹਾਂ ਦਾ ਕਦੇ ਚਾਂਸ ਨਹੀਂ ਸਰਕਾਰ 'ਚ ਆਉਂਦਾ, ਜਾਂ NDP ਫੈਡਰਲੀ ਜੀ ਉਹਨਾਂ ਦਾ ਅਜੇ ਤਾਈਂ ਕੋਈ ਚਾਂਸ ਨਹੀਂ ਸਰਕਾਰ 'ਚ ਆਉਣ ਦਾ। ਰਾਈਟ ਤੇ ਇਹੋ ਜਿਹੀਆਂ ਜਿਹੜੀਆਂ ਪਾਰਟੀਆਂ ਫੈਡਰਲੀ ਜਾਂ ਲੋਕਲੀ ਗ੍ਰੀਨ ਪਾਰਟੀ ਜੀ ਜਾਂ ਫੈਡਰਲੀ ਗ੍ਰੀਨ ਪਾਰਟੀ, ਉਹਨਾਂ ਦਾ ਅਜੇ ਤਾਈਂ ਕੋਈ ਚਾਂਸ ਨਹੀਂ ਸਰਕਾਰ ਬਣਨ ਦਾ ਉਹਨਾਂ ਦੀ। ਉਹ ਚਾਹੁੰਦੇ ਆ ਕਿ ਜੇ ਸਾਨੂੰ ਪਰਸੈਂਟੇਜ ਦੇ ਹਿਸਾਬ ਨਾਲ ਵੋਟਾਂ ਪੈਣ, ਉਸ ਪਰਸੈਂਟੇਜ ਦੇ ਹਿਸਾਬ ਨਾਲ ਸਾਨੂੰ ਫਿਰ ਸੀਟਾਂ ਮਿਲਣ 338 ਚੋਂ। ਜੀ ਜੇ ਫਰਜ਼ ਕਰੋ ਕਿਸੇ ਨੂੰ 10% ਵੋਟਾਂ ਪੈ ਜਾਣੀਆਂ ਮੈਕਸਿਮ ਬਰਨੀਆ ਨੂੰ, ਤਾਂ ਇਹਦਾ ਮਤਲਬ ਉਹ ਤਕਰੀਬਨ 33 ਸੀਟਾਂ ਲੈ ਜਾਓ। ਕੁਐਸਚਨ ਇਹ ਹੈਗਾ, ਹੁਣ ਤੁਸੀਂ ਜਦੋਂ ਗੱਲ ਕੀਤੀ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਨਵਾਂ ਕੁਐਸਚਨ ਪੈਦਾ ਹੋਇਆ ਕਿ ਜਿਹੜੀ ਲੀਡਰਸ ਡਿਬੇਟ ਸੀਗੀ ਉਹਦੇ 'ਚ ਗ੍ਰੀਨ ਪਾਰਟੀ ਦੇ ਲੀਡਰ ਸੀਗੇ ਜਿਨ੍ਹਾਂ ਦੀ ਇਸ ਵੇਲੇ ਸਪੋਰਟ ਬੇਸ ਹਾਰਡਲੀ 3% ਆ, ਠੀਕ ਹੈ। ਬਲਾਕ ਕਿਊਬਿਕਵਾ ਦੀ ਸਪੋਰਟ ਬੇਸ ਅਰਾਊਂਡ 6% ਆ, ਉਹ ਸੀਗੇ। ਜੇ ਅੱਜ ਵੇਖੀਏ ਤੇ ਬਰਨੀਆ ਦੀ ਸਪੋਰਟ ਜਾਂ PPC ਦੀ ਸਪੋਰਟ ਜਿਹੜੀ ਆ ਆਲਮੋਸਟ 7 to 10% ਆ। ਵਾਜ਼ ਇਟ ਨਾਟ ਅਨਫੇਅਰ ਕਿ ਵੀ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਸੀ, ਜਾਂ ਇਹ ਕੀ ਚੱਕਰ ਹੈ? ਉਹ ਦੈਟਸ ਉਹ ਜਿਹੜਾ ਕੰਸੋਰਸ਼ੀਅਮ ਹੈ ਨਾ, ਜੀ। ਡਿਬੇਟ ਕੰਸੋਰਸ਼ੀਅਮ, ਉਹਨਾਂ ਨੇ ਫੈਸਲਾ ਕੀਤਾ ਸੀ ਕਿ ਤੁਹਾਡਾ 1 ਜਾਂ 2 ਇਲੈਕਟਿਡ ਮੈਂਬਰਸ ਚਾਹੀਦੇ ਆ ਹਾਊਸ ਦੇ ਵਿੱਚ। ਜੀ ਜੇ ਤੁਹਾਨੂੰ ਰਿਪਰੈਜ਼ੈਂਟੇਸ਼ਨ ਫਿਰ ਮਿਲ ਸਕਦੀ ਹੈ, ਚਾਂਸ ਤੁਹਾਨੂੰ ਮਿਲ ਸਕਦਾ ਡਿਬੇਟ ਦਾ, ਅਦਰਵਾਈਜ਼ ਨਹੀਂ ਚਾਂਸ। ਲੇਕਿਨ I mean that's a different question, ਜੀ but that's one of the arguments against proportional representation or even ranked ballot, that you have extremist elements of one type or another, yes not necessarily right-wing extremists, agree could be left-wing extremists, could be environmental radicals, that they then will get a say that is larger than they deserve based on the numbers they have, and that's why proportional representation has failed twice in British Columbia, and I argued for it failing both times prominently. ਇਨਸਾਨ ਸਾਹਿਬ ਕੁਐਸਚਨਸ ਹੋਰ ਬਹੁਤ ਨੇ, ਲੇਕਿਨ ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਪਰ ਇਟਸ ਆਲਵੇਜ਼ ਅ ਟ੍ਰੀਟ ਟੂ ਟਾਕ ਟੂ ਯੂ। ਆਪ ਜੀ ਦਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ। Thank you. ਸੋ ਇਸ ਦੇ ਨਾਲ ਹੀ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਸੰਜੀਵ ਤਵਨ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਹੈਵ ਅ ਗੁੱਡ ਡੇ।